ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਅੱਜ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ ਜਿਸ ਦੁਆਰਾ ਸਾਨੂੰ ਪਤਾ ਲੱਗੇਗਾ ਕਿ ਇਹ ਸ੍ਰਿਸ਼ਟੀ ਕਿਵੇਂ ਬਣੀ, ਕਿਵੇਂ ਪਰਮਾਤਮਾ ਨੇ ਆਕਾਰ ਤਿਆਰ ਕੀਤੇ, ਕਿਵੇਂ ਪਰਮਾਤਮਾ ਨੇ ਤੱਤ ਤਿਆਰ ਕੀਤੇ ਅਤੇ ਕਿਸ ਤਰ੍ਹਾਂ ਉਹਨਾਂ ਨੂੰ ਮਨਜ਼ੂਰੀ ਦਿੱਤੀ ਅਤੇ ਕਿਸ ਤਰ੍ਹਾਂ ਇਹ ਸਾਰਾ ਖੇਲ ਰਚਿਆ। ਸੋ ਆਓ ਅਸੀਂ ਸ਼ੁਰੂ ਕਰਦੇ ਹਾਂ। ਇਹ ਸ਼ਬਦ ਹੈ ਅਰਬਦ ਨਰਬਦ ਧੰਦੂਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਸੁਨ ਸਮਾਦ ਲਗਾਏ ਦਾ। ਜਦੋਂ ਇਹ ਸ਼ਬਦ ਤੁਸੀਂ ਗੁਰਬਾਣੀ ਵਿੱਚ ਪੂਰਾ ਪੜ੍ਹੋਗੇ ਤਾਂ ਤੁਹਾਨੂੰ ਅੱਗੇ ਆਉਣ ਵਾਲੀ ਵਿਚਾਰ ਵਿੱਚ ਸਭ ਪਤਾ ਲੱਗਦਾ ਜਾਏਗਾ ਕਿ ਕਿਸ ਤਰ੍ਹਾਂ ਰੱਬ ਨੇ ਇਸ ਬ੍ਰਹਿਮੰਡ ਦੀ ਰਚਨਾ ਰਚੀ। ਇਸ ਲਿਖੇ ਸ਼ਬਦ ਰਾਹੀਂ ਜ਼ਾਹਿਰ ਹੁੰਦਾ ਹੈ ਕਿ ਬ੍ਰਹਿਮੰਡ ਦੀ ਰਚਨਾ ਤੋਂ ਪਹਿਲਾਂ ਆਕਾਸ਼ ਵਿੱਚ ਸਿਰਫ ਧੰਦੂਕਾਰਾ ਹੀ ਦਿਖਾਈ ਦਿੰਦਾ ਸੀ। ਨਾ ਕੋਈ ਦ੍ਰਿਸ਼ਟਮਾਨ ਵਸਤੂ ਸੀ, ਨਾ ਕਿਸੇ ਕਿਸਮ ਦਾ ਜੀਵ ਪੈਦਾ ਹੋਏ ਸਨ, ਨਾ ਧਰਤੀ ਸੀ, ਨਾ ਚੰਦ ਸੀ, ਨਾ ਸੂਰਜ ਸਨ, ਨਾ ਕੋਈ ਦਿਸ਼ਾ ਸੀ, ਨਾ ਸਵਰਗ ਸੀ ਤੇ ਨਾ ਹੀ ਨਰਕ ਸੀ, ਨਾ ਬ੍ਰਹਮਾ ਵਿਸ਼ਨ ਤੇ ਮਹੇਸ਼ ਸਨ। ਕਿਸੇ ਕਿਸਮ ਦਾ ਪਖੰਡ ਆਦਿ ਵੀ ਨਹੀਂ ਸੀ ਤੇ ਨਾ ਹੀ ਕੋਈ ਤੀਰਥ ਸੀ। ਬਸ ਆਕਾਸ਼ ਹੀ ਆਕਾਸ਼, ਜਿਸ ਨੂੰ ਸੁਨ ਵੀ ਕਿਹਾ ਜਾਂਦਾ ਹੈ, ਅਤੇ ਸਿਰਫ ਸੱਚਖੰਡ ਵੀ ਸੀ। ਜਦੋਂ ਨਿਰੰਕਾਰ ਅਕਾਲ ਪੁਰਖ ਨੂੰ ਪਾਇਆ ਤਾਂ ਉਸਨੇ ਪਹਿਲਾਂ ਮਾਇਆ ਸਾਜ ਕੇ ਤਿੰਨ ਸ਼ਕਤੀਆਂ ਨੂੰ ਉਸ ਅਧੀਨ ਕਰ ਦਿੱਤੀਆਂ ਅਤੇ ਬ੍ਰਹਿਮੰਡ ਦਾ ਆਕਾਰ ਤੈਅ ਕੀਤਾ। ਇਸ ਨਿਸ਼ਚਿਤ ਜਗ੍ਹਾ ਤੇ ਸ੍ਰਿਸ਼ਟੀ ਦੀ ਰਚਨਾ ਰਚੀ, ਜੀਵਾਂ ਦੀ ਉਤਪਤੀ ਕਰਵਾਈ ਤੇ ਮਾਇਆ ਦਾ ਜਾਲ ਵਿਛਾ ਦਿੱਤਾ। ਆਪ ਸਾਰੇ ਜੀਵਾਂ ਵਿੱਚ ਆਤਮਾ ਦੇ ਰੂਪ ਵਿੱਚ ਵਿਚਰਦਾ ਹੋਇਆ ਵੀ ਗੁਪਤ ਰੂਪ ਧਾਰਨ ਕਰਕੇ ਜੀਵਾਂ ਦੇ ਅੰਦਰ ਹੀ ਅਲੋਪ ਹੋ ਕੇ ਬੈਠ ਗਿਆ। ਬ੍ਰਹਿਮੰਡ ਦੀ ਦ੍ਰਿਸ਼ਟਮਾਨ ਰੂਪ ਵਿੱਚ ਸਿਰਜਣਾ ਵਿੱਚ ਇਹ ਪਰਮਾਤਮਾ ਵੱਲੋਂ ਹੁਕਮ ਹੋਇਆ ਕਿ ਮਾਇਆ ਨੇ ਜਿੰਨੀ ਜਗ੍ਹਾ ਵਿੱਚ ਆਕਾਰ ਤਿਆਰ ਕਰਨਾ ਸੀ ਉਸ ਤੇ ਨਿਸ਼ਾਨ ਲਗਾਇਆ। ਉੱਪਰਲੇ ਨਿਸ਼ਾਨ ਨੂੰ ਆਕਾਸ਼ ਤੇ ਹੇਠਲੇ ਨਿਸ਼ਾਨ ਨੂੰ ਪਤਾਲ ਦਾ ਨਾਮ ਦਿੱਤਾ ਗਿਆ। ਇਹਨਾਂ ਦੋ ਨਿਸ਼ਾਨਾਂ ਵਿਚਕਾਰ ਜਿੰਨਾ ਧੰਦੂਕਾਰਾ ਮੌਜੂਦ ਸੀ ਉਸ ਵਿੱਚੋਂ ਲੋੜ ਅਨੁਸਾਰ ਪੌਣ ਪਾਣੀ ਅਤੇ ਬਸੰਤਰ, ਜਿਸ ਨੂੰ ਅਗਨ ਵੀ ਕਹਿੰਦੇ ਹਨ, ਤੱਤ ਤਿਆਰ ਕੀਤੇ ਗਏ ਅਤੇ ਹੁਕਮ ਅਨੁਸਾਰ ਇਹਨਾਂ ਤੱਤਾਂ ਨੂੰ ਵੱਖ-ਵੱਖ ਥਾਵਾਂ ਤੇ ਇਕੱਠਾ ਕਰ ਦਿੱਤਾ ਗਿਆ ਤਾਂ ਇਹ ਤਿੰਨ ਸ਼ਕਤੀਆਂ ਦਿਖਾਈ ਦੇਣ ਲੱਗ ਪਈਆਂ। ਮਾਇਆ ਨੇ ਇਹਨਾਂ ਤਿੰਨਾਂ ਨੂੰ ਪਰਮਾਤਮਾ ਅੱਗੇ ਪ੍ਰਵਾਨਗੀ ਲੈਣ ਲਈ ਪੇਸ਼ ਕੀਤਾ। ਪਰਮਾਤਮਾ ਨੇ ਆਪਣਾ ਸਰਗੁਣ ਸਰੂਪ ਦੇਖ ਕੇ ਪ੍ਰਵਾਨਗੀ ਦੇ ਦਿੱਤੀ ਤੇ ਹੁਕਮ ਕੀਤਾ ਕਿ ਨਿਰੰਕਾਰ ਸਾਰੇ ਦ੍ਰਿਸ਼ਟਮਾਨ ਨੂੰ ਆਪਣੀ ਰਜ਼ਾ ਅਨੁਸਾਰ ਚਲਾਏਗਾ। ਮਾਇਆ ਅਤੇ ਤੱਤਾਂ ਦੇ ਨਮਸਕਾਰ ਕਰਕੇ ਪਰਮਾਤਮਾ ਦਾ ਹੁਕਮ ਮਨਜ਼ੂਰ ਕੀਤਾ। ਇਹਨਾਂ ਵਿੱਚ ਜੋ ਜੋਤ ਪ੍ਰਵੇਸ਼ ਹੋਈ ਅਤੇ ਉਸ ਨਾਲ ਪਾਉਣ ਰਾਹੀਂ ਸੰਬੰਧ ਕਾਇਮ ਕੀਤਾ। ਇਸ ਤੋਂ ਬਾਅਦ ਧਰਤੀ ਤੇ ਜੋ ਜੂਨਾਂ ਦੇ ਆਕਾਰ ਤਿਆਰ ਕਰਨੇ ਸਨ, ਉਹਨਾਂ ਨੂੰ ਤਿਆਰ ਕਰਨ ਵਾਸਤੇ ਮਾਇਆ ਨੇ 4 ਖੰਡ ਤਿਆਰ ਕੀਤੇ, ਜਿਨ੍ਹਾਂ ਨੂੰ ਧਰਮਖੰਡ, ਗਿਆਨਖੰਡ, ਸਰਮਖੰਡ ਤੇ ਕਰਮਖੰਡ ਵੀ ਕਿਹਾ ਜਾਂਦਾ ਹੈ। ਉੱਪਰ ਦਰਸਾਈਆਂ ਤਿੰਨ ਸ਼ਕਤੀਆਂ ਪੌਣ ਪਾਣੀ ਅਤੇ ਬੈਸੰਤਰ ਦੇ ਨਾਂ ਬ੍ਰਹਮਾ, ਵਿਸ਼ਨੂੰ ਤੇ ਮਹੇਸ਼ ਰੱਖੇ ਗਏ। ਇਹਨਾਂ ਨੂੰ ਤੱਤ ਤਿਆਰ ਕਰਨ, ਦੇਖਭਾਲ ਕਰਨ ਤੇ ਵਿਨਾਸ਼ ਕਰਨ ਦੇ ਕੰਮ ਸੌਂਪ ਦਿੱਤੇ। ਧਰਤੀ ਤਿਆਰ ਕਰਨ ਵਾਸਤੇ ਧੰਦੂਕਾਰੇ ਵਿੱਚੋਂ ਹੁਕਮ ਅਨੁਸਾਰ ਪੌਣ, ਪਾਣੀ ਤੇ ਬਸੰਤਰ ਦੇ ਤੱਤ ਮਿਲਾਏ ਗਏ ਤੇ ਉਹਨਾਂ ਵਿੱਚ ਆਕਾਸ਼ ਤੇ ਪਤਾਲ ਦੇ ਤੱਤ ਸ਼ਾਮਲ ਕੀਤੇ। ਜਦੋਂ ਇਹ ਇਕੱਠੇ ਕੀਤੇ ਗਏ ਤਾਂ ਇੱਕ ਬਹੁਤ ਵੱਡਾ ਆਕਾਰ ਨਜ਼ਰ ਆਉਣ ਲੱਗ ਪਿਆ, ਜਿਸ ਨੂੰ ਧਰਤੀ ਜਾਂ ਧਰਮਸਾਲ ਦਾ ਨਾਂ ਦਿੱਤਾ ਗਿਆ। ਜਿਵੇਂ ਧਰਮਸ਼ਾਲਾ ਵਿੱਚ ਮੁਸਾਫਿਰ ਆਉਂਦੇ ਜਾਂਦੇ ਹਨ ਅਤੇ ਇਸ ਤਰ੍ਹਾਂ ਧਰਤੀ ਦੇ ਜੀਵ ਜੂਨਾਂ ਵਿੱਚ ਆਉਂਦੇ ਜਾਂਦੇ ਰਹਿਣਗੇ। ਇਸ ਜੁਗਤੀ ਦੁਆਰਾ ਧਰਤੀ ਦੇ ਤੱਤ ਤਿਆਰ ਕੀਤੇ ਗਏ। ਉਸੇ ਤਰ੍ਹਾਂ ਚਾਰੇ ਖਾਣੀਆਂ ਰਾਹੀਂ ਧਰਤੀ ਤੇ ਜੀਵ ਵੀ ਤਿਆਰ ਕੀਤੇ ਗਏ ਤੇ ਜੂਨਾਂ ਦੀ ਉਤਪਤੀ ਕੀਤੀ। ਸਾਨੂੰ ਗੁਰਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਹਨ, ਰਾਤੀ ਰੁੱਤੀ ਥਿਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀਅ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਇਹ ਜੋ ਦ੍ਰਿਸ਼ਟਮਾਨ ਆਕਾਰ ਨਿਰੰਕਾਰ ਨੇ ਸਜਾਇਆ, ਇਸ ਵਿੱਚ 84 ਲੱਖ ਜੂਨ ਉਤਪੰਨ ਕਰਕੇ ਆਪ ਗੁਪਤ ਰੂਪ ਵਿੱਚ ਵਿਚਰਨ ਲੱਗ ਪਿਆ।
ਤੇ ਉਸ ਤੋਂ ਬਾਅਦ ਜੀਵਾਂ ਦੀ ਉਤਪਤੀ ਹੋਈ, ਜਿਸ ਵਿੱਚ 10ਵੇਂ ਪਾਤਸ਼ਾਹ ਜੀ ਦੀ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ, ਅੰਡਜ ਜੇਰਜ ਸੇਤਜ ਕੀਨੀ ਉਤਭੁਜ ਖਾਨ ਬਹੁਰ ਰਚਦੀਨੀ। ਇਹਨਾਂ ਚਾਰਾਂ ਦੁਆਰਾ ਹੀ ਜੀਵ ਪੈਦਾ ਹੋਣ ਲੱਗੇ। ਜਿਵੇਂ ਕਿ ਸਾਨੂੰ ਪਤਾ ਹੀ ਹੈ, ਕੁਝ ਜੀਵ ਆਂਡਿਆਂ ਤੋਂ, ਕੁਝ ਜੇਰ ਤੋਂ, ਕੁਝ ਸਰੀਰ ਦੇ ਪਸੀਨੇ ਤੋਂ, ਕੁਝ ਮਿੱਟੀ ਤੋਂ ਪੈਦਾ ਹੁੰਦੇ ਹਨ। ਇਹਨਾਂ ਨੂੰ ਅੰਡਜ ਜੇਰਜ ਸੇਤਜ ਤੇ ਉਤਭੁਜ ਕਹਿੰਦੇ ਹਨ। ਨਿਰੰਕਾਰ ਨੇ ਦ੍ਰਿਸ਼ਟਮਾਨ ਰੂਪ ਨੂੰ ਪਾਲਣ ਵਾਸਤੇ ਬ੍ਰਹਿਮੰਡ ਵਿੱਚ ਲੋੜ ਅਨੁਸਾਰ ਇੱਕੋ ਜਿਹੇ ਪੌਣ ਪਾਣੀ ਬੈਸੰਤਰ ਦਿੱਤੇ ਹਨ ਤੇ ਚਾਰੇ ਖਾਣੀਆਂ ਦੇ ਜੀਵਾਂ ਦੀ ਲੋੜ ਅਨੁਸਾਰ ਇਹਨਾਂ ਦੇ ਤੱਤਾਂ ਦਾ ਤਾਲਮੇਲ ਬਣਾਈ ਰੱਖਦਾ ਹੈ ਅਤੇ ਕਿਸੇ ਜੀਵ ਨੂੰ ਘਾਟ ਨਹੀਂ ਆਉਣ ਦਿੰਦਾ। ਜਿੰਨੇ ਤੱਤ ਧੰਦੂਕਾਰੇ ਵਿੱਚ ਲੋੜ ਤੋਂ ਵਧੇਕ ਸਨ, ਉਹਨਾਂ ਵਿੱਚੋਂ ਪਾਣੀ ਨੂੰ ਸਮੁੰਦਰ ਦੇ ਰੂਪ ਵਿੱਚ, ਅਗਨ ਨੂੰ ਤੇਲ ਤੇ ਗੈਸਾਂ ਆਦਿ ਦੇ ਰੂਪ ਵਿੱਚ ਤੇ ਪੌਣ ਨੂੰ ਆਕਾਸ਼ ਵਿੱਚ ਇਕੱਠਾ ਕਰ ਦਿੱਤਾ ਹੈ ਅਤੇ ਲੋੜ ਮੁਤਾਬਿਕ ਇਹਨਾਂ ਤੱਤਾਂ ਦੀ ਵਰਤੋਂ ਕਰਾਉਂਦਾ ਰਹਿੰਦਾ ਹੈ। ਪੇਟ ਦੀ ਪੂਰਤੀ ਵਾਸਤੇ ਜੀਵਾਂ ਨੂੰ ਜੀਵਾਂ ਦਾ ਆਹਾਰ ਬਣਾ ਦਿੱਤਾ ਹੈ। ਪਰਮਾਤਮਾ ਆਪਣੇ ਜੀਵਾਂ ਦੇ ਲਈ ਆਹਾਰ ਬਨਸਪਤੀ ਦੇ ਰੂਪ ਵਿੱਚ ਉਤਪੰਨ ਕਰਦਾ ਹੈ। ਆਹਾਰ ਬਾਰੇ ਮਹਾਰਾਜ ਗੁਰਬਾਣੀ ਵਿੱਚ ਫਰਮਾਉਂਦੇ ਹਨ, ਇੱਕ ਮਾਸਾਹਾਰੀ, ਇੱਕ ਤ੍ਰਿਣ ਖਾਏ, ਇੱਕ ਨਾ ਛਤੀ ਅੰਮ੍ਰਿਤ ਪਾਹੇ, ਇੱਕ ਮਿਟਿਆ ਮਹਿ ਮਿਟਿਆ ਖਾਏ, ਇੱਕ ਪੌਣ ਸੁਮਾਰੀ ਪੌਣ ਸੁਮਾਰ, ਇੱਕ ਨਿਰੰਕਾਰੀ ਨਾਮ ਆਧਾਰ। ਜੀਵਾਂ ਦੀ ਰੱਖਿਆ ਵੀ ਆਪ ਹੀ ਆਪਣੀ ਜੋਤ ਪ੍ਰਗਟ ਕਰਕੇ ਕਰਦਾ ਹੈ। ਜਲ ਤੇ ਥਲ ਵਿੱਚ ਹਮੇਸ਼ਾ ਹੀ ਜੀਵਾਂ ਤੇ ਮਿਹਰਬਾਨ ਹੋ ਕੇ ਉਹਨਾਂ ਨੂੰ ਪਾਲਦਾ ਹੈ। ਇਸ ਤੋਂ ਬਾਅਦ ਪਰਮਾਤਮਾ ਨੇ ਮਨ ਨੂੰ ਦੱਸਿਆ ਕਿ ਉਹਨਾਂ ਇੱਕ ਖੇਲ ਰਚਿਆ ਹੈ, ਜਿਸ ਵਿੱਚ ਉਹਨਾਂ ਦਾ ਆਪਣਾ ਅੰਸ਼ ਜੋਤ ਸਰੂਪ ਮਨ ਖਿਡਾਰੀ ਬਣ ਕੇ ਜਾਏਗਾ। ਜਿੰਨਾ ਸਮਾਂ ਮਨ ਨੂੰ ਲੋਕ ਵਿੱਚ ਖੇਲਣ ਲਈ ਦਿੱਤਾ ਜਾਏਗਾ, ਉਤਨੇ ਹੀ ਸਮੇਂ ਵਿੱਚ ਖੇਡ ਕੇ ਵਾਪਸ ਆਉਣਾ ਹੈ। ਪਰਮਾਤਮਾ ਦੁਆਰਾ 3 ਲੋਕ ਰਚੇ ਗਏ, ਲੋਕ, ਪਰਲੋਕ ਤੇ ਦੇਵਲੋਕ। ਪਰਲੋਕ ਸਾਡਾ ਘਰ ਹੈ, ਜਿਸ ਨੂੰ ਸੱਚਖੰਡ ਨਿੱਜ ਘਰ ਵੀ ਕਿਹਾ ਜਾਂਦਾ ਹੈ। ਲੋਕ ਜਿਸ ਵਿੱਚ ਅਸੀਂ ਰਹਿੰਦੇ ਹਾਂ, ਜੋ ਅਸੀਂ ਅਸਥੂਲ ਧਰਤੀ ਨੂੰ ਦੇਖਦੇ ਹਾਂ, ਆਪਣਾ ਆਲੇ ਦੁਆਲੇ ਦੇਖਦੇ ਹਾਂ, ਇਸ ਨੂੰ ਲੋਕ ਵੀ ਕਿਹਾ ਜਾਂਦਾ ਹੈ। ਫਿਰ ਪਰਮਾਤਮਾ ਨੇ ਦੱਸਿਆ ਕਿ ਮਨ ਦੇਸ਼, ਇੱਥੇ ਦੇਸ਼ ਸਰੀਰ ਨੂੰ ਕਿਹਾ ਗਿਆ ਹੈ, ਕਿ ਮਨ ਦੇਸ਼ ਵਿੱਚ ਸਵਾਸਾਂ ਦੀ ਨਿਸ਼ਚਿਤ ਪੂੰਜੀ ਲੈ ਕੇ ਜਾਣਗੇ ਤੇ ਉਸ ਦੁਆਰਾ ਵਪਾਰ ਕਰਕੇ ਦਿੱਤੇ ਹੋਏ ਸਵਾਸਾਂ ਨੂੰ ਖਰਚ ਕਰਕੇ, ਭਾਵੇਂ ਲਾਭ ਹੋਵੇ ਭਾਵੇਂ ਹਾਨੀ। ਇਸ ਦਾ ਮਤਲਬ ਭਾਵੇਂ ਜਿਹੜੇ ਅਸੀਂ ਸਾਹ ਇੱਥੇ ਖਰਚ ਕਰਦੇ ਹਾਂ, ਉਹ ਭਾਵੇਂ ਅਸੀਂ ਸਤੋਗੁਣੀ ਖੱਟ ਤੇ ਖਰਚੀਏ ਜਾਂ ਫਿਰ ਤਮੋਗੁਣੀ ਜਾਂ ਰਜੋਗੁਣ ਖੱਟ ਤੇ ਖਰਚੀਏ। ਇਸ ਵਿੱਚ ਜੋ ਵੀ ਲਾਭ ਜਾਂ ਹਾਨੀ ਹੋਵੇਗੀ, ਸਾਨੂੰ ਵਾਪਸ ਆਪਣੇ ਦੇਸ਼ ਪਰਤਣਾ ਹੈ। ਨਾਲ ਹੀ ਕਿਹਾ ਕਿ ਤੁਸੀਂ ਪ੍ਰਾਹੁਣਚਾਰੀ ਦੇ ਰੂਪ ਵਿੱਚ ਜਾਓਗੇ। ਜਿਸ ਤਰ੍ਹਾਂ ਪ੍ਰਾਹੁਣਾ ਕੁਝ ਸਮੇਂ ਦੂਜੇ ਦੇ ਘਰ ਰਹਿ ਕੇ ਆਪਣੇ ਘਰ ਵਾਪਸ ਆ ਜਾਂਦਾ ਹੈ, ਇਸੇ ਤਰ੍ਹਾਂ ਹੀ ਆਪ ਨੂੰ ਵਾਪਸ ਆਉਣਾ ਹੋਵੇਗਾ। ਇਹ ਖੇਲ ਸ਼ਬਦ, ਜਿਸ ਨੂੰ ਨਾਮ ਵੀ ਕਿਹਾ ਜਾਂਦਾ ਹੈ, ਸ਼ਬਦ ਦੁਆਰਾ ਰਚਿਆ ਹੋਇਆ ਹੈ। ਸ਼ਬਦ ਨਾਲੋਂ ਵਿਛੜਨ ਤੇ ਖੇਲ ਸ਼ੁਰੂ ਹੋਵੇਗਾ ਅਤੇ ਸ਼ਬਦ ਵਿੱਚ ਸਮਾਉਣ ਨਾਲ ਖੇਲ ਸਮਾਪਤ ਹੋ ਜਾਵੇਗਾ। ਇਸ ਦਾ ਮਤਲਬ ਹੈ ਕਿ ਜਦੋਂ ਅਸੀਂ ਗਰਭ ਤੋਂ ਬਾਹਰ ਆਉਂਦੇ ਹਾਂ ਤਾਂ ਸਾਡੀ ਜੋ ਲਿਵ ਹੁੰਦੀ ਹੈ ਉਹ ਛੁਡਾ ਦਿੱਤੀ ਜਾਂਦੀ ਹੈ ਅਤੇ ਸਾਨੂੰ ਤ੍ਰਿਸ਼ਨਾ ਮਾਇਆ ਘੇਰ ਲੈਂਦੀ ਹੈ। ਜਦੋਂ ਸਾਡਾ ਅੰਤਲਾ ਸਮਾਂ ਆਉਂਦਾ ਹੈ, ਉਦੋਂ ਜਦੋਂ ਸਾਡੇ ਸਾਹ ਖਤਮ ਹੁੰਦੇ ਹਨ, ਤਾਂ ਸਾਨੂੰ ਇਸ ਮਰਨ ਤੋਂ ਪਹਿਲਾਂ, ਸਾਹ ਖਤਮ ਹੋਣ ਤੋਂ ਪਹਿਲਾਂ ਸ਼ਬਦ ਦੀ ਖੋਜ ਕਰਨੀ ਹੁੰਦੀ ਹੈ ਗੁਰਬਾਣੀ ਦੁਆਰਾ। ਅਤੇ ਜੋ ਮਨ ਸ਼ਬਦ ਵਿੱਚ ਸਮਾ ਕੇ ਵਾਪਸ ਆ ਜਾਂਦੇ ਹਨ, ਰੱਬ ਉਹਨਾਂ ਨੂੰ ਬਹੁਤ ਪਿਆਰ ਕਰਦਾ ਹੈ। ਅਤੇ ਜੋ ਮਨ ਸਵਾਸਾਂ ਦੀ ਪੂੰਜੀ ਖਤਮ ਹੋਣ ਤੇ ਜਿੱਥੇ ਵੀ ਉਹਨਾਂ ਦਾ ਆਖਰੀ ਵੇਲੇ ਧਿਆਨ ਹੁੰਦਾ ਹੈ, ਉਹ ਮਨ ਉਸ ਤਰ੍ਹਾਂ ਦੀਆਂ ਜੂਨਾਂ ਵਿੱਚ ਚਲੇ ਜਾਂਦੇ ਹਨ। ਇਸ ਤਰ੍ਹਾਂ ਪਰਮਾਤਮਾ ਨੇ ਸਮਝਾਉਣਾ ਸਾਨੂੰ ਚਾਹਿਆ ਕਿ ਇਹ ਜੋ ਹੈ, ਇਹ ਸੰਜੋਗ ਅਤੇ ਵਿਜੋਗ ਦੀ ਖੇਲ ਹੈ। ਜਦੋਂ ਅਸੀਂ ਸਰੀਰ ਵਿੱਚ ਆਵਾਂਗੇ, ਉਸ ਨੂੰ ਸੰਜੋਗ ਕਿਹਾ ਜਾਏਗਾ। ਜਦੋਂ ਅਸੀਂ ਸਰੀਰ ਤੋਂ ਵਿਛੜਾਂਗੇ, ਉਸ ਨੂੰ ਵਿਜੋਗ ਕਿਹਾ ਜਾਏਗਾ। ਤੇ ਗੁਰਬਾਣੀ ਵਿੱਚ ਸਾਨੂੰ ਸਮਝਾ ਦਿੱਤਾ, ਸੰਜੋਗ ਵਿਜੋਗ ਤੁਰੋਂ ਹੀ ਹੁਆ,
ਪੰਚ ਧਾਤ ਕਰ ਪੁਤਲਾ ਕੀਆ। ਇਸ ਗੁਰਬਾਣੀ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਰੋਜ਼ ਆਪਣੇ ਸਰੀਰ ਤੋਂ ਵੱਖ ਹੁੰਦੇ ਹਾਂ ਅਤੇ ਰੋਜ਼ ਸਵੇਰੇ ਅਸੀਂ ਇਸ ਸਰੀਰ ਵਿੱਚ ਪ੍ਰਵੇਸ਼ ਹੋ ਜਾਂਦੇ ਹਾਂ, ਜਿਸ ਬਾਬਤ ਗੁਰਬਾਣੀ ਵਿੱਚ ਸਾਨੂੰ ਸਮਝਾਉਂਦੇ ਹਨ, ਦਿਵਸ ਰਾਤ ਦੁਇ ਦਾਈ ਦਾਇਆ, ਖੇਲੇ ਸਗਲ ਜਗਤ। ਉਪਰੋਕਤ ਸ਼ਬਦਾਂ ਵਿੱਚ ਗੁਰਬਾਣੀ ਸ਼ਬਦ ਲਿਖਦੇ ਹੋਏ ਅਤੇ ਗੁਰਮਤਿ ਵਿਚਾਰ ਕਰਦੇ ਹੋਏ ਬਹੁਤ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੇ। ਆਪ ਬਖਸ਼ਣਹਾਰ ਪ੍ਰਭੂ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।